TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਇੱਕ ਨਜ਼ਰ ਉਹਨਾਂ ਖਬਰਾਂ ਤੇ ਮਾਰ ਲਈਏ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਸਥਾਰ ਦੇ ਨਾਲ ਗੱਲਬਾਤ ਤੇ ਟੀਕਾ ਟਿੱਪਣੀਆਂ ਕਰਨੀਆਂ ਨੇ। ਹਰਿਆਣਾ ਦੇ ਵਿੱਚ ਬੁਣਿਆ ਗਿਆ ਤੀਸਰੇ ਮੋਰਚੇ ਦਾ ਤਾਣਾ ਬਣਾ। ਕਿਸਾਨਾਂ ਨੇ ਮੋਦੀ ਦਾ ਪੋਸਟਰ ਪਾੜ ਕੇ ਕਰ ਦਿੱਤਾ ਲੀਰਾਂ। ਲੁਟੇਰਿਆਂ ਤੋਂ ਸੱਤਾ ਖੋਹਣ ਲਈ ਗੁਰਨਾਮ ਸਿੰਘ ਚੜੂਨੀ ਨੇ ਇੱਕ ਵਾਰ ਫਿਰ ਤੋਂ ਦਿੱਤਾ ਹੋਕਾ। ਕੇਜਰੀਵਾਲ ਨੇ ਪੰਜਾਬ ਦੇ ਸਾਰੇ ਆਪ ਵਿਧਾਇਕਾਂ ਨਾਲ ਕੀਤੀ ਮੀਟਿੰਗ। ਕਿਸਾਨੀ ਅੰਦੋਲਨ ਸੰਬੰਧੀ ਦਿੱਤੇ ਖਾਸ ਨਿਰਦੇਸ਼। ਸੰਯੁਕਤ ਕਿਸਾਨ ਮੋਰਚਾ ਅਤੇ ਰਾਕੇਸ਼ ਟਕੈਤ ਨੇ ਹਰਿਆਣਾ ਦੇ ਕਿਸਾਨਾਂ ਨੂੰ ਤਿਰੰਗਾ ਯਾਤਰਾ ਬਾਰੇ ਕੀਤੀ ਇੱਕ ਖਾਸ ਅਪੀਲ। ਅਤੇ ਪੰਜਾਬ ਦੇ ਵਿਧਾਇਕਾਂ ਅਤੇ 5 ਵਾਰ ਦੇ ਰਹੇ ਮੁੱਖ ਮੰਤਰੀ ਬਾਦਲ ਦਾ ਇਨਕਮ ਟੈਕਸ ਦੇ ਰਹੇ ਨੇ ਲੋਕ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਨੂੰ ਆਧਾਰ ਬਣਾਵਾਂਗੇ, ਜਿਨ੍ਹਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਇਸ ਤੋਂ ਪਹਿਲਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਕੱਲੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ। ਸਭ ਤੋਂ ਪਹਿਲੀ ਵੱਡੀ ਤੇ ਅਹਿਮ ਖਬਰ ਹੈ ਕਿ ਖੇਤੀ ਕਾਨੂੰਨ ਕੇਂਦਰ ਸਰਕਾਰ ਨੇ ਬੀਤੇ ਵਰੇ ਪਾਸ ਕਰ ਦਿੱਤੇ ਸਨ। 8 ਮਹੀਨਿਆਂ ਤੋਂ ਜ਼ਿਆਦਾ ਦਾ ਸਮਾਂ ਕਿਸਾਨਾਂ ਨੂੰ ਸੰਘਰਸ਼ ਕਰਦਿਆਂ ਨੂੰ ਦਿੱਲੀ ਦੀਆਂ ਸਰਹੱਦਾਂ ਤੇ ਹੋ ਚੁੱਕਿਆ ਹੈ। ਭਾਰਤੀ ਜਨਤਾ ਪਾਰਟੀ ਅਤੇ ਸਹਿਯੋਗੀਆਂ ਦਾ ਲਗਾਤਾਰ ਘਿਰਾਓ ਵੀ ਹੋ ਰਿਹਾ ਹੈ ਤੇ ਵਿਰੋਧ ਵੀ ਹੋ ਰਿਹਾ ਹੈ। ਇਹ ਆਖ ਸਕਦੇ ਹਾਂ ਕਿ ਭਾਜਪਾ ਦੇ ਨਾਲ ਸਿੱਧਮ-ਸਿੱਧੀ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਜਾਣਕਾਰੀ ਮਿਲੀ ਹੈ ਕਿ ਐਤਵਾਰ ਵਾਲੇ ਦਿਨ ਕਿਸਾਨਾਂ ਦੇ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ ਤੇ ਇਹ ਗੁੱਸਾ ਦੇਖਣ ਨੂੰ ਮਿਲਿਆ ਭਵਾਨੀਗੜ੍ਹ 'ਚ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁਝ ਕਿਸਾਨ ਤੇ ਉਹਨਾਂ ਨਾਲ ਜੁੜੇ ਕੁਝ ਆਗੂ, ਉਹਨਾਂ ਨੇ ਭਵਾਨੀਗੜ੍ਹ ਦੇ ਵੱਖ-ਵੱਖ ਜਿਹੜੇ ਚੌਂਕ ਸੀ, ਚੁਰਾਹੇ ਸੀ, ਰਸਤੇ ਸੀ, ਉੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਕੁਝ ਹੋਰ ਭਾਜਪਾ ਆਗੂਆਂ ਦੀਆਂ ਫੋਟੋਆਂ ਵਾਲੇ ਵੱਡੇ ਫਲੈਕਸ ਲਾਏ ਹੋਏ ਸੀ, ਬੋਰਡ ਲਾਏ ਹੋਏ ਸੀ। ਦੇਖ ਕੇ ਚੜ ਗਿਆ ਗੁੱਸਾ। ਲੀਰਾਂ ਕਰਕੇ ਵਘਾ ਮਾਰੇ। ਸਿਰਫ ਲੀਰਾਂ ਹੀ ਨਹੀਂ ਕੀਤੇ, ਜੰਮ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਤੇ ਨਾਲ ਚੇਤਾਵਨੀ ਵੀ ਦਿੱਤੀ ਕਿ ਭਾਜਪਾ ਆਗੂਓ, ਸ਼ਹਿਰ 'ਚ ਨਹੀਂ ਤੁਸੀਂ ਵੜ ਸਕਦੇ। ਆ ਪੋਸਟਰ ਤੁਸੀਂ ਅੱਗੇ ਨੂੰ ਲਾ ਨਹੀਂ ਸਕਦੇ, ਨਹੀਂ ਇਹਦਾ ਹਸ਼ਰ ਫਿਰ ਇਹੀ ਕਰਾਂਗੇ। ਦੱਸਣਾ ਬਣਦਾ ਕਿ ਭਵਾਨੀਗੜ੍ਹ ਦੇ ਰਹਿਣ ਵਾਲੇ ਭਾਜਪਾ ਦੇ ਸੀਨੀਅਰ ਆਗੂ ਜੀਵਨ ਗਰਗ ਨੇ, ਉਹਨਾਂ ਨੂੰ ਪਾਰਟੀ ਦੇ ਵੱਲੋਂ ਬੀਤੇ ਦਿਨੀ FCI ਦਾ ਮੈਂਬਰ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਸੀ। ਨਿਯੁਕਤੀ ਤੇ ਖੁਸ਼ੀ ਪ੍ਰਗਟਾਉਣ ਲਈ ਕੁਝ ਪਾਰਟੀ ਦੇ ਸਥਾਨਕ ਆਗੂ ਸੀ, ਵਰਕਰ ਸੀ, ਜਿਨ੍ਹਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ, ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਕਈ ਹੋਰਨਾਂ ਦੇ ਵੱਡੇ ਫਲੈਕਸ ਤੇ ਫੋਟੋਆਂ ਲਾ ਕੇ ਲਾ ਦਿੱਤੇ ਗਏ। ਕਿਸਾਨਾਂ ਨੇ ਪੋਸਟਰ ਕਰਤੇ ਲੀਰਾਂ, ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਤੇ ਇਸ ਮੌਕੇ ਕੁਝ ਕਿਸਾਨ ਆਗੂ ਪਹੁੰਚੇ ਹੋਏ ਸੀ। ਉਹਨਾਂ ਵਿੱਚ ਗੁਰਤੇਜ ਸਿੰਘ ਭੱਟੀਵਾਲ ਵੀ ਸੀ। ਅਸਲ ਦੇ ਵਿੱਚ ਚਮਕੌਰ ਸਿੰਘ ਭੱਟੀਵਾਲ ਦੇ ਪਿੰਡ ਦੇ ਹੈ। ਨੈਬ ਸਿੰਘ ਸੀ, ਅਵਤਾਰ ਸਿੰਘ ਸੀ, ਜਰਨੈਲ ਸਿੰਘ ਸੀ, ਹਰਜਿੰਦਰ ਸਿੰਘ ਸੀ, ਭਿੰਦੀ ਸਿੰਘ ਸੀ, ਅਮਰੀਕ ਸਿੰਘ ਸੀ, ਸਾਰੇ ਭੱਟੀਵਾਲ ਖੁਰਦ ਦੇ ਸੀ। ਇਹਨਾਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਵੱਖੋ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਹ ਬੀਤੇ 8 ਮਹੀਨਿਆਂ ਤੋਂ ਅਸੀਂ ਧਰਨੇ ਮਾਰ ਕੇ ਬੈਠੇ ਹਾਂ, ਭੁੱਖਣ ਭਾਣੇ ਬੈਠੇ ਹਾਂ, ਠੰਡ 'ਚ ਬੈਠੇ ਹਾਂ, ਗਰਮੀ 'ਚ ਬੈਠੇ ਹਾਂ, ਸਰਦੀ 'ਚ ਬੈਠੇ ਹਾਂ। ਸਰਕਾਰ ਸਾਡੇ ਨਾਲ ਗੱਲ ਹੀ ਨਹੀਂ ਕਰਦੀ। ਸੈਂਕੜੇ ਕਿਸਾਨ ਹੁਣ ਤੱਕ ਜਾਨਾਂ ਗਵਾ ਚੁੱਕੇ ਹੈ, ਪਰ ਭਾਜਪਾ ਦੇ ਆਗੂ ਆਪਣੀਆਂ ਚੌਧਰਾਂ ਚਮਕਾਉਣ ਦੇ ਵਾਸਤੇ ਵੱਡੇ ਫਲੈਕਸ ਲਾ ਰਹੇ ਹੈ, ਖੁਸ਼ੀਆਂ ਮਨਾ ਰਹੇ ਹੈ। ਤੁਸੀਂ ਸਾਡੇ ਜ਼ਖਮਾਂ ਤੇ ਲੂਣ ਪਾ ਰਹੇ ਹੋ, ਇਹ ਸਾਨੂੰ ਬਰਦਾਸ਼ਤ ਨਹੀਂ ਹੋ ਸਕਦਾ। ਤੇ ਨਾਲ ਉਹਨਾਂ ਨੇ ਇਹ ਵੀ ਆਖ ਦਿੱਤਾ ਕਿ ਜਦੋਂ ਤੱਕ ਤਿੰਨੇ ਕੇਂਦਰ ਵੱਲੋਂ ਬਣਾਏ ਗਏ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਜਿਨ੍ਹਾਂ ਨੂੰ ਕਿਸਾਨ ਕਾਲੇ ਕਾਨੂੰਨ ਕਹਿੰਦੇ ਆ, ਉਦੋਂ ਤੱਕ ਭਾਜਪਾ ਦੇ ਆਗੂਆਂ ਦੇ ਦਾਖਲੇ ਤੇ ਪਾਬੰਦੀ ਰਹੇਗੀ। ਆਹ ਕੋਈ ਫਲੈਕਸ ਲਾ ਕੇ ਜਾਊ ਅਸੀਂ ਪਾੜਾਂਗੇ। ਕਿਸਾਨਾਂ ਵੱਲੋਂ ਭਵਾਨੀਗੜ੍ਹ ਦੇ ਬਲਿਆਲ ਰੋਡ, ਟਰੱਕ ਯੂਨੀਅਨ, ਰਾਮਪੁਰਾ ਰੋਡ ਅਤੇ ਹੋਰਨਾਂ ਥਾਵਾਂ ਤੇ ਜਿੰਨੇ ਵੀ ਬੋਰਡ ਲਾਏ ਸੀ ਉਹ ਪਾੜ ਦਿੱਤੇ ਤੇ ਫਰੇਮ ਉਹ ਪੱਟ ਕੇ ਵਘਾ ਮਾਰੇ ਤੇ ਨਾਲ ਚੇਤਾਵਨੀ ਦੇ ਦਿੱਤੀ ਕਿ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਾ ਕਰਿਓ। ਪਰ ਤੁਹਾਨੂੰ ਬੇਨਤੀ ਹੈ ਕਿ ਤੁਹਾਡਾ ਤਾਪਮਾਨ ਜਾਂ ਨਾਪਿਆ ਜਾ ਰਿਹਾ ਹੈ, ਤੁਹਾਨੂੰ ਉਕਸਾਇਆ ਜਾ ਰਿਹਾ ਹੈ, ਤੁਹਾਨੂੰ ਭੜਕਾਇਆ ਜਾ ਰਿਹਾ ਹੈ। ਬਚ ਕੇ ਰਹਿਣਾ, ਦੇਖਿਓ ਕਿਤੇ ਕਿਸੇ ਉਕਸਾਹਟ ਵਿੱਚ ਨਾ ਆ ਜਾਇਓ। ਅਗਲੀ ਜਿਹੜੀ ਖਬਰ ਹੈ, ਫਰੈਂਡਸ਼ਿਪ ਡੇ ਲੰਘਿਆ। ਇਸ ਮੌਕੇ ਦੇ ਉੱਤੇ ਦਰਅਸਲ ਫਰੈਂਡਸ਼ਿਪ ਡੇ ਸੀ ਜਿਹੜਾ, ਉਹ ਤੇ ਤਾਣਾ ਬਾਣਾ ਬਣਿਆ ਗਿਆ ਕਿ 2024 ਦੇ ਵਿੱਚ ਆਪਾਂ
ਭਾਰਤੀ ਜਨਤਾ ਪਾਰਟੀ ਤੇ ਸਹਿਯੋਗੀ ਨੂੰ ਮਾਤ ਕਿਵੇਂ ਦੇਣੀ ਹੈ। ਜੇ ਰਾਜਨੀਤੀ ਤੇ ਨਜ਼ਰ ਮਾਰਦੇ ਆ ਨਾ ਤਾਂ ਰਾਜਨੀਤੀ ਦੇ ਵਿੱਚ ਕੁਝ ਵੀ ਬੇਮਤਲਬਾ ਨਹੀਂ ਹੁੰਦਾ। ਹਰ ਮੁਲਾਕਾਤ ਪਿੱਛੇ ਕੋਈ ਨਾ ਕੋਈ ਉਦੇਸ਼ ਹੁੰਦਾ, ਭਾਵੇਂ ਕਹਿ ਦੇਣ ਕਿ ਇਸ ਤਾਂ ਵੈਸੇ ਹੀ ਬੈਠੇ ਸੀ, ਬੇਮਤਲਬੀ ਨਹੀਂ ਹੁੰਦੀ ਗੱਲ। ਉਹ ਭਾਵੇਂ ਉਸ ਨੂੰ ਕਹਿਣ ਕਿ ਸ਼ਿਸ਼ਟਾਚਾਰ ਸੀ, ਭਾਵੇਂ ਉਹਨੂੰ ਕਹਿਣ ਰੂਟੀਨ ਦੀ ਗੱਲਬਾਤ ਸੀ, ਪਰ ਉਹਦੇ ਵਿੱਚ ਕੋਈ ਨਾ ਕੋਈ ਮਤਲਬ ਜ਼ਰੂਰ ਲੁਕਿਆ ਹੁੰਦਾ, ਛਿਪਿਆ ਹੁੰਦਾ। ਹਰਿਆਣਾ ਦੇ ਵਿੱਚ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਅਨੈਲੋ ਦੇ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ। ਤੁਸੀਂ ਕਹੋਗੇ ਯਾਰ ਸਾਡੇ ਵੀ ਰਹੇ ਆ 5 ਵਾਰ, ਤਾਂ ਪ੍ਰਕਾਸ਼ ਸਿੰਘ ਬਾਦਲ ਥੋੜਾ ਜਿਹਾ ਦਮ ਰੱਖੋ, ਉਹਨਾਂ ਦੀ ਵੀ ਖਬਰ ਦੇਵਾਂਗੇ। ਹਰਿਆਣਾ ਦੇ ਵਿੱਚ 5 ਵਾਰ ਮੁੱਖ ਮੰਤਰੀ ਰਹੇ ਓਮ ਪ੍ਰਕਾਸ਼ ਚੌਟਾਲਾ ਅਤੇ ਬਿਹਾਰ ਦੇ ਇਸ ਵਕਤ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਇਸ ਮੁਲਾਕਾਤ ਨੂੰ ਵੀ ਇੱਕ ਰਾਜਨੀਤਿਕ ਉਦੇਸ਼ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਦੋਵਾਂ ਲੀਡਰਾਂ ਨੇ ਬੰਦ ਕਮਰੇ ਦੇ ਵਿੱਚ ਕਈ ਘੰਟੇ ਮੁਲਾਕਾਤ ਕੀਤੀ ਹੈ, ਭੋਜਨ ਵੀ ਕੀਤਾ, ਆਫ ਕੋਰਸ ਰਾਜਨੀਤੀ ਵੀ ਹੋਈ ਹੋਣੀ ਹੈ। ਚੌਟਾਲਾ ਦੀ ਰਣਨੀਤੀ ਇਹ ਹੈ ਕਿ ਤੀਸਰੇ ਮੋਰਚੇ ਦੀ ਉਹ ਕਲਪਨਾ ਕਰ ਰਹੇ ਨੇ ਅਤੇ ਕਹਿੰਦੇ ਨੇ ਕਿ ਇਸ ਕਲਪਨਾ ਨੂੰ ਸਾਕਾਰ ਕਰਨ ਦੇ ਵਾਸਤੇ ਨਿਤੀਸ਼ ਕੁਮਾਰ ਮੋਰਚੇ ਦੀ ਅਗਵਾਈ ਕਰਨ। ਪਰ ਹੈਰਾਨੀ ਦੀ ਹੱਦ ਹੈ ਕਿ ਇੱਕ ਪਾਸੇ ਨਿਤੀਸ਼ ਕੁਮਾਰ ਦੇ ਭਾਜਪਾ ਦੇ ਨਾਲ ਵੀ ਹੱਥ ਮਿਲਾਏ ਹੋਏ ਨੇ ਤੇ ਦੂਸਰੇ ਪਾਸੇ ਚੌਟਾਲਾ ਸਾਹਿਬ ਨਾਲ ਵੀ ਕਈ ਘੰਟੇ ਬੰਦ ਕਮਰਾ ਮੀਟਿੰਗ ਕਰਕੇ। ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਨਿਤੀਸ਼ ਕੁਮਾਰ ਨੇ ਕੋਈ ਪੱਤਾ ਨਹੀਂ ਖੋਲ੍ਹਿਆ। ਨਿਤੀਸ਼ ਕੁਮਾਰ ਖੁਦ ਅਨੈਲੋ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ਤੇ ਮਿਲਣ ਵਾਸਤੇ ਪਹੁੰਚੇ। ਜਨਤਾ ਦਲ ਯੂਨਾਈਟਿਡ ਦੇ ਮੁੱਖ ਸਕੱਤਰ ਡਾਕਟਰ ਕੇ.ਸੀ. ਤਿਆਗੀ ਇਸ ਮੁਲਾਕਾਤ ਦੇ ਪਤਾ ਲੱਗਿਆ ਕਿ ਸੂਤਰਧਾਰ ਬਣੇ ਹੈ। ਜੇਬੀਟੀ ਅਧਿਆਪਕ ਭਰਤੀ ਮਾਮਲੇ ਦੇ ਵਿੱਚ 10 ਸਾਲ ਦੀ ਸਜ਼ਾ ਪੂਰੀ ਕਰਕੇ ਚੌਟਾਲਾ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਹੈ ਤਾਂ ਤਿਆਗੀ ਉਹਨਾਂ ਨੂੰ ਮਿਲਣ ਆਏ ਸੀ। ਤਿਆਗੀ ਨੇ ਉੱਥੇ ਫੋਨ ਕਰਕੇ ਚੌਟਾਲਾ ਨਾਲ ਨਿਤੀਸ਼ ਕੁਮਾਰ ਦੀ ਗੱਲਬਾਤ ਕਰਵਾਈ ਸੀ। ਉਸ ਸਮੇਂ ਨਿਤੀਸ਼ ਕੁਮਾਰ ਨੇ ਚੌਟਾਲਾ ਦਾ ਖਾਣੇ ਵਾਲਾ ਸੱਦਾ ਵੀ ਸਵੀਕਾਰ ਕਰ ਲਿਆ ਸੀ ਤੇ ਹੁਣ ਇਹ ਖਾਣਾ ਵੀ ਖਾ ਲਿਆ ਤੇ ਮੁਲਾਕਾਤ ਵੀ ਕਰ ਲਈ ਹੈ। ਕੇ.ਸੀ. ਤਿਆਗੀ ਦੇ ਨਾਲ ਮੁਲਾਕਾਤ ਤੋਂ ਬਾਅਦ ਚੌਟਾਲਾ ਨੇ ਜਿਸ ਦਮਖਮ ਨਾਲ ਇਹ ਬਿਆਨ ਦਿੱਤਾ ਸੀ ਕਿ ਉਹ ਭਾਜਪਾ ਅਤੇ ਕਾਂਗਰਸ ਦੇ ਖਿਲਾਫ ਇੱਕ ਮੋਰਚਾ ਭਾਵ ਤੀਸਰਾ ਮੋਰਚਾ ਬਣਾਉਣਾ ਚਾਹੁੰਦੇ ਆ, ਗਠਨ ਕਰਨਾ ਚਾਹੁੰਦੇ ਆ, ਉਦੋਂ ਲੱਗ ਰਿਹਾ ਸੀ ਕਿ ਚੌਟਾਲਾ ਕੁਝ ਅਜਿਹਾ ਕਰਨਗੇ ਜਿਸ ਦੇ ਜ਼ਰੀਏ ਨਾ ਸਿਰਫ ਅਨੈਲੋ ਦੇ ਕੇਡਰ ਬੇਸ ਨੂੰ, ਵਰਕਰਾਂ ਨੂੰ ਦੁਬਾਰਾ ਪਾਰਟੀ ਦੀ ਮਜ਼ਬੂਤੀ ਵਾਸਤੇ ਬਲ ਮਿਲੇਗਾ ਤੇ ਨਾਲ ਹੀ ਉਹਨਾਂ ਦੇ ਪੋਤੇ ਦੁਸ਼ਯੰਤ ਚੌਟਾਲਾ ਦੇ ਜਨ ਨਾਇਕ ਜਨਤਾ ਪਾਰਟੀ ਬਣਾ ਕੇ ਭਾਜਪਾ ਨਾਲ ਖੜੇ ਹੋਣ ਦੇ ਫੈਸਲੇ ਤੇ ਵੀ ਸਵਾਲ ਉਠਾਏ ਜਾ ਸਕਣਗੇ। ਚੌਟਾਲਾ ਆਪਣੇ ਪੋਤੇ ਦੁਸ਼ਯੰਤ ਦੀ ਜ਼ਿਆਦਾ ਚਰਚਾ ਵੀ ਨਹੀਂ ਕਰਨੀ ਚਾਹੁੰਦਾ, ਪਰ ਪਰਿਵਾਰ ਅਤੇ ਪਾਰਟੀ ਵਿੱਚ ਪਾੜ ਪੈਦਾ ਹੋਏ ਨੁਕਸਾਨ ਦੀ ਭਰਪਾਈ ਪੂਰੀ ਵੀ ਕਰਨੀ ਚਾਹੁੰਦੇ ਆ ਤੇ ਇਸ ਭਰਪਾਈ ਨੂੰ ਪੂਰਾ ਕਰਨ ਦੇ ਵਾਸਤੇ ਆਪਣੀ ਜਾਨ ਲਗਾਉਣਾ ਚਾਹੁੰਦੇ ਆ। ਤੀਸਰੇ ਮੋਰਚੇ ਦੇ ਗਠਨ ਦੀ ਤਿਆਰੀ ਚੌਟਾਲਾ ਦੀ ਇਸ ਰਣਨੀਤੀ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਤੇ ਦੂਸਰੇ ਪਾਸੇ ਧਿਆਨ ਮਾਰਨਾ ਪਏਗਾ ਕਿ ਸਾਰੀਆਂ ਵਿਰੋਧੀ ਧਿਰਾਂ ਇਨਕਲੂਡਿੰਗ ਕਾਂਗਰਸ ਉਹ ਵੀ ਇਕੱਠੀਆਂ ਹੋਣ ਦੀਆਂ ਵਿਉਂਤਾਂ ਘੜ ਰਹੀਆਂ ਨੇ। ਪ੍ਰਸ਼ਾਂਤ ਕਿਸ਼ੋਰ ਦੀ ਅਗਵਾਈ ਦੇ ਵਿੱਚ ਕਈ ਵਾਰੀ ਸ਼ਰਦ ਪਵਾਰ ਹੋਰਾਂ ਨਾਲ ਮੀਟਿੰਗ ਹੋਈ ਹੈ। ਸ਼ਰਦ ਪਵਾਰ ਨਾਲ, ਸੋਨੀਆ ਗਾਂਧੀ ਨਾਲ ਤੇ ਹੋਰ ਵਿਰੋਧੀ ਧਿਰਾਂ ਨੇ ਜਿੰਨੀਆਂ ਵੀ, ਉਹਨਾਂ ਦੇ ਨਾਲ ਮਮਤਾ ਬੈਨਰਜੀ ਦਿੱਲੀ ਦੇ ਵਿੱਚ ਮੀਟਿੰਗ ਕਰਕੇ ਗਈ ਹੈ। ਸੋ ਕਹਿਣ ਦਾ ਭਾਵ ਮੋਦੀ ਦਾ ਰੱਥ ਘੇਰਨ ਦੇ ਵਾਸਤੇ ਸਾਰੇ ਘਾਗ ਸਿਆਸਤਦਾਨ ਵਿਉਂਤਾਂ ਲਾ ਰਹੇ ਨੇ, ਵਿਉਂਤਬੰਦੀਆਂ ਕਰ ਰਹੇ ਨੇ। ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਹੁੰਦਾ ਕੀ ਹੈ। ਹੁਣ ਸਰਕਾਰਾਂ ਨੂੰ, ਸੱਤਾਧਾਰੀ ਧਿਰਾਂ ਨੂੰ ਜਾਂ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਇਹਨਾਂ ਨੂੰ ਲਾਂਭੇ ਕੀਤਾ ਜਾਵੇ, ਉਹਦੇ ਵਾਸਤੇ ਗੁਰਨਾਮ ਸਿੰਘ ਚੜੂਨੀ ਲਗਾਤਾਰ ਜਦੋਜਹਿਦ ਕਰ ਰਹੇ ਹੈ। ਆਉਣ ਦੇ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਚੋਣਾਂ ਹੋਣ ਵਾਲੀਆਂ ਨੇ ਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਬਾਰੇ ਰਾਜਨੀਤਿਕ ਉਮੀਦ ਜ਼ਾਹਰ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਗੁਰਨਾਮ ਸਿੰਘ ਚੜੂਨੀ ਨੂੰ ਬਰਖਾਸਤ ਕਰ ਦਿੱਤਾ ਸੀ, ਸਸਪੈਂਡ ਕਰ ਦਿੱਤਾ ਸੀ। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਨੇ ਗੁਰਨਾਮ ਸਿੰਘ ਚੜੂਨੀ ਰੋਹ ਤੋਂ ਕਿਸਾਨ ਯਾਤਰਾ ਕੱਢ ਕੇ ਉਹਨਾਂ ਨੇ ਇੱਕ ਵਾਰੀ ਆਪਣੀ ਤਾਕਤ ਦਾ ਫਿਰ ਅਹਿਸਾਸ ਵੀ ਕਰਵਾਇਆ। ਬਹੁਤ ਸਾਰੀਆਂ ਸੈਂਕੜੇ ਗੱਡੀਆਂ ਹੋ ਸਕਦੀਆਂ ਨੇ ਜਿਹੜੀਆਂ ਉਹਨਾਂ ਦੇ ਕਾਫਲੇ ਵਿੱਚ ਸਨ, ਅਣਗਿਣਤ ਸੀ। ਸਿੰਘੂ ਸਰਹੱਦ ਲਈ ਰਵਾਨਾ ਹੋਣ ਤੋਂ ਪਹਿਲਾਂ ਗੁਰਨਾਮ ਸਿੰਘ ਚੜੂਨੀ ਨੇ ਸਰ ਛੋਟੂ ਰਾਮ ਦੀ ਧਰਤੀ ਭਾਵ ਹਰਿਆਣਾ ਤੋਂ ਕਿਸਾਨਾਂ ਨੂੰ ਉਹਨਾਂ ਵਾਂਗ ਰਾਜਨੀਤੀ ਵਿੱਚ ਆਉਣ ਦੀ ਇੱਕ ਵਾਰ ਫਿਰ ਤੋਂ ਅਪੀਲ ਕੀਤੀ। ਉਹ ਆਪਣੇ ਇਰਾਦੇ ਸਾਫ਼ ਨੇ ਉਹਨਾਂ ਦੇ। ਉਹ ਕਹਿੰਦੇ ਮੈਂ ਚਾਹੁੰਦਾ ਕਿ ਕਿਸਾਨ ਚੋਣਾਂ ਲੜਨ ਔਰ ਰਵਾਇਤੀਆਂ ਨੂੰ, ਇੱਥੋਂ ਤੱਕ ਕਿ ਲੁਟੇਰੇ ਕਹਿੰਦੇ ਆ, ਉਹ ਕਹਿੰਦੇ ਲੁਟੇਰਿਆਂ ਨੂੰ ਲਾਂਭੇ ਕਰੀਏ। ਉਹ ਕਹਿੰਦੇ ਮੇਰਾ ਪੰਜਾਬ ਮਿਸ਼ਨ ਵੀ ਜਾਰੀ ਰਹੂਗਾ। ਚੜੂਨੀ ਨੇ ਹੁਣ ਸਾਫ਼-ਸਾਫ਼ ਆਖ ਦਿੱਤਾ ਹੈ ਕਿ ਭਾਜਪਾ ਨੂੰ ਹਰਾਉਣ ਦੇ ਨਾਲ ਕਾਨੂੰਨ ਵਾਪਸ ਨਹੀਂ ਹੋਣਗੇ। ਉਹ ਕਹਿੰਦੇ ਮੇਰਾ ਤਜਰਬਾ ਕਹਿੰਦਾ ਹੈ। ਉਹ ਕਹਿੰਦੇ ਮੰਨ ਲਓ ਜੇ ਇਹ ਕਾਨੂੰਨ ਵਾਪਸ ਵੀ ਹੋ ਗਏ ਤਾਂ ਸਾਡੇ ਡੈਥ ਵਾਰੰਟ ਵਾਪਸ ਨਹੀਂ ਹੋਣਗੇ। ਉਹ ਕਹਿੰਦੇ ਅਸੀਂ ਵੈਂਟੀਲੇਟਰ ਤੇ ਲੱਗੇ ਹੋਏ ਹਾਂ ਤੇ ਸ਼ਾਇਦ ਫਿਰ ਵੀ ਲੱਗੇ ਹੀ ਰਹਾਂਗੇ। ਜੇ ਕਿਸਾਨਾਂ ਨੇ ਵੈਂਟੀਲੇਟਰ ਤੋਂ ਉਤਰਨਾ ਹੈ ਤਾਂ ਕਹਿੰਦੇ ਉਹਦਾ ਫਿਰ ਮੁਕੰਮਲ ਇਲਾਜ ਕਰਨਾ ਪਊ।
इलाज कहते सानू सत्ता के ਜਿਹੜੇ लुटेरे है ਉਹਨਾਂ ਤੋਂ सत्ता खोनी पऊ। ਉਹਨਾਂ पंजाब की उदाहरण ਦਿੰਦਿਆਂ ਕਿਹਾ कि उत्थे 80 ਤੋਂ 90 ਲੱਖ वोट किसानां दी है, जबकि 69 ਲੱਖ वोटां ਜਿਹੜੀਆਂ ਪੈ ਜਾਂਦੀਆਂ ਨੇ ਉਹ ਪਾਰਟੀ ਸਰਕਾਰ ਬਣਾ ਜਾਂਦੀ ਹੈ। ਉਹ ਕਹਿੰਦੇ ਜੇ ਸਾਡੀਆਂ ਕਿਸਾਨਾਂ ਦੀਆਂ ਵੋਟਾਂ ਸਾਨੂੰ ਪੈ ਜਾਣਾ, ਪਰ ਮੈਂ ਇੱਥੇ ਚੜੂਨੀ ਸਾਹਿਬ ਨੂੰ ਦੱਸਣਾ ਚਾਹੁੰਦਾ किसान औखे भी सारे ने मोर्चे भी लाई बैठे है, पर इन्हां किसानां दियां 80 ਲੱਖ वोटां ਜਿਹੜੀਆਂ ਕਹਿੰਦੇ हो उन्हां च अकालियां नाल भी पक्के जुड़े लोग ने, कांग्रेस नाल भी पक्के जुड़े लोग ने, बसपा नाल भी होणगे, CPM नाल भी होणगे, CPI नाल भी होणगे ते आम आदमी पार्टी नाल भी होणगे। किते ये ना होवे कि कल कल्ला नूं तुसीं चोणां च कुद जावो ते कहण नहीं बई किसानी वाले मसले ते असीं तुहाडे नाल सी, आ तां साडी मां पार्टी है, तकड़ी नहीं छड्डणी, पंजा नहीं छड्डना, झाड़ू नहीं छड्डना, हाथी नहीं छड्डना, सवारियां असीं उन्हां दी करनियां ने। ये बड़ी बड़ी हुंदा रहा, पर वो कहते सड़कों ते बैठण नाल नहीं गल बननी, सानू किसी नाल टक्कर लैनी पऊ। अपनी वोट अपने आप नूं पाओ, कहते भाव किसान लीडर नूं पाओ जिहड़ा किसान खड़ा होऊगा। वो कहते बस काम हो गया, इन्ना ही काम है, किसान वोटां च खड़ा दिओ, किसान किसानां नूं वोटां पा देण। पर मैनूं लगदा इन्ना काम सुखाला नहीं जिन्ना चलूनी साहब कहते हैं कि आ हो गया तो इदां हो जू। कहते जे काम नहीं कर सकते, पता उन्होंने भी है, तो कहते फिर दूजिया सियासी पार्टियां की चापलूसी करने लई जाते हो, तुसीं जाओ सड़कों पर बैठे रहो। इसलिए कहते बुरे लोगों तो, लुटेरियां तो सत्ता खोनी पऊ, उन्होंने बेदखल करना पऊ, चंगे लोगों को राजनीति च आउणा पऊ, जां सानूं कह के हल्लाशेरी दे के लिआउणा पऊ। गल उन्हां दी सही है। रोहत दे विच सर छोटू राम नूं याद करते हुए गुरनाम सिंह चड़ूनी ने कहा जे कहते वो सत्ता च ना आउंदे तां कि वो किसानां दा भला कर सकदी। बड़ा वाजिब सवाल किया। कहते इस गल नूं संयुक्त मोर्चा जदों उन्होंने पूछा कि क्यों नहीं समझदा, वो कहते देखो ये उन्हां दी सोच है, मैं अपनी सोच तुहानूं दस रहा। मोर्चे ने मैनूं सज़ा दित्ती, मैं सोचा कि अंदोलन दो फाड़ ना हो जाए, मैं सज़ा भुगत लई। दूसरे पासे चड़ूनी साहब नूं खालिस्तान दे बाबत पुछ लिया गया। वो कहते यार अजिहियां गल्लां क्यों करदे हो जिहदे ते ना बोलिया जावे चंगा है, जे कोई गलत बोलिया जाए तो भी औखा है। भाव इस गल तो टलदे नज़र आए। फिर होर सवाल भी पूछे गए। वो कहते जिहड़ियां विवादित गल्लां ने ये ना पूछिया करो, क्योंकि इस वक्त असीं किसानी मोर्चा जितना चाहुंदे हो। चड़ूनी ने कहा कि देश नूं अगे वधाउण वालीआं गल्लां पुछिया करो, वो गल ना पुछो जिहदे नाल साडे डंडे वजण। आओ अगली खबर वाल हुण रुख करदे हां, है वो भी किसानी नाल संबंधित, क्योंकि हरियाणा दे विच भी, पंजाब दे विच भी, यूपी ते होरनां सूबिਆਂ ਦੇ ਵਿੱਚ भी आख्या होया कि भारतीय जनता पार्टी ਨੂੰ नहीं ਆਪਾਂ नेड़े ਢੁੱਕਣ देना। क्योंकि अज के प्रोग्राम की शुरुआत मैं की कि भवानीगढ़ के लीरां करते मोदी साहब के पोस्टर। हुण किसान आगू ने राकेश टकैत गाजीपुर सरहद ते यूपी गेट तो हरियाणा के किसानों को उन्होंने एक अपील की है। उन्होंने कहा कि हरियाणा च भाजपा की तिरंगा यात्रा किसानों को बदनाम करने की एक साजिश है। वो कहते इस करके मैं हरियाणे के सारे किसानों को अपील करदा कि तिरंगे के सन्मान च 15 अगस्त को इन्हां दी यात्रा का कोई भी किसान विरोध ना करे। हरियाणा च समागम चले ने, उहदे बाबत जिहड़ा उन्होंने ऐलान किया है भारतीय जनता पार्टी ने, उन्होंने अपने ट्विटर के उत्ते एक वीडियो भी पोस्ट की है। उन्होंने कहा है कि हरियाणा च तिरंगा यात्रा किसानों को बदनाम करने वास्ते कढ़ी जा रही है, तो मैं तुहानूं अपील करदा कि वो कढ़ लैण दिओ, उहदी तुसीं विरोधता ना करिओ। कहंदे जे उस यात्रा का तुसीं विरोध कीता तां लोग कहणगे देखो भी ये तिरंगे का अपमान करदे आ, इन्हां नूं तिरंगे का सन्मान नहीं करना आउंदा, ये लोग देश धरोही ने। वो कहंदे पहलां साडे ते इस तरह के दोष लग चुके हैं। 26 जनवरी वाले दिन तिरंगे के अपमान के दोष लगे है। वो कहते देश विरोधी काम आपां करदे नहीं, पर यह चंगा होगा आपां इन्हां दा विरोध ही ना करिए, इन्हां नूं कुछ कहण दा मौका ही ना मिले, कढ़ लैण दिओ, कढ़ लैणगे, की कहंदे कर लैणगे। वो कहते तिरंगा साडे मुल्क की शान है, साडा नैशनल फ्लैग है। ये उन्होंने वीडियो संदेश के राही एक सुनेहा दिता है। वो कहते देखो असीं हुल्लड़बाजी करनी नहीं, पर जे तुसीं कहा कि असीं विरोध करांगे, किसानां दे वेश दे विच भेस दे विच कुछ हुल्लड़बाज आउणगे, पहरावा तुहाडे वाला होऊगा, तो तिरंगे का अपमान करनगे, तो दोष साडे सिर, बदनामी साडी हो जू। वो कहते जे कोई भी किसान तिरंगा हत्थ च लैके जा रहा है जां कोई होर लैके जा रहा है, तिरंगे का सन्मान करो। वो कहते असीं अपनी तिरंगा यात्रा मजबूती नाल कढांगे, तो वो करी जाण जिहड़ा कुछ करना है। असीं कहते ट्रैक्टरां ते जावांगे,
ट्रैक्टर के उत्ते किसानी झंडा भी लग्या हो तो तिरंगे वाला झंडा भी लग्या हो। दूसरे पासे संयुक्त किसान मोर्चा ने भी हरियाणे के किसानों को लगभग इहो ही अपील की है कि भाजपा की चाल है, ये चाल च फस ना जाओ। हरियाणा इकाई जिहड़ी भाजपा की तिरंगा यात्रा कढ़ रही है, वो कहने मुख्य मकसद किसानों को भड़काउणा, बदनाम करना है। भावें देखण च लगू कि यह तिरंगा रैली है, पर कहते ये झंडे की आड़ दे विच एक गंदी चाल है, इनू कामयाब ना होण दे दिओ। देखियो इन्हां दे नाल हत्थों पाई ना होयो, नहीं तो साडे ते एक बारी फेर दोष मड़ दिते जाणगे। हुण सियासत किस तरह काम करदी है, तुहानूं पता है कि कई सूबियां दे विच चोणां आ रहीआं ने, उन्हां विचों पंजाब भी एक है। हर पार्टी चोणां भी जितना चाहुंदी है, पर दूसरे पासे किसानी संघर्ष भी अपनी ऐन सीमा ते शिखर ते पहुंचिया होया है। आम आदमी पार्टी के कौमी कन्वीनर भी ने, दिल्ली के मुख्य मंत्री भी ने अरविंद केजरीवाल, उन्होंने पंजाब की खुशहाली लई देश व्यापी जिहड़ा किसान अंदोलन चल रहा उहदी चढ़दी कला वास्ते पता लग्या कि पार्टी की एक मैराथन मीटिंग की है। सारे जिहड़े मैंबर लैजिसलेटिव असैंबली भाव MLA है, उन्होंने सारिਆਂ ਨੂੰ सद्दिया ते मीटिंग की कि आपां इस अंदोलन दे विच होर की योगदान पा सकते हैं। लंबी चौड़ी गलबात की गई। ये जिहड़ी मुलाकात है ये भी एतवार वाले दिन की है। ये भगवंत मान भी सी, क्योंकि पंजाब के वो प्रधान भी ने आप दे, ते नाल पंजाब तो संसद मैंबर भी ने। विरोधी धिर के लीडर हरपाल चीमा भी सी, ते बाकी दे सारे आप विधायक भी सी। केजरीवाल की रहायश से यह बैठक रखी गई सी, ते लगभग 3 घंटे तक यह मीटिंग चलती रही। बाद दे विच आम आदमी पार्टी के वलों एक बयान जारी किया गया, जिस दे विच दस्सिया गया कि मैराथन बैठक के विच अरविंद केजरीवाल ने 2022 ਦੀਆਂ ਚੋਣਾਂ ਨੂੰ लेके विचार वटांदरे भी किए है। उत्थे ही किसान अंदोलन की मजबूती ਲਈ विस्तार सहित सुझाव भी मंगे सी कि होर की कर सकते हैं। ते नाल केजरीवाल ने सारे विधायकों को खास तौर पर दिशा निर्देश दिते है। उन्होंने कहा कि पार्टी के झंडे नूं, पार्टी के एजेंडे नूं लांभे रख दिओ, पासे रख दिओ। ये एजेंडा ते झंडा पासे रख के किसानी अंदोलन नूं जिहड़े भी पद्धर ते सहयोग दिता जा सकता है, जोर तरीके नाल, जबरदस्त तरीके नाल दिओ। वो कहते अज भारत का अन्नदाता अपनी जमीन और होंद की लड़ाई, नस्ल ते फसल की लड़ाई लड़न वास्ते मजबूर है, पर केंद्र सरकार, मोदी सरकार अपनी जिद ते अड़ी बैठी है। वो कहते अत निंदणयोग है। उन्होंने दोहराया कि केंद्र सरकार को अड़ी त्यागनी चाहिए है, खेती के एक काले कानून तुरंत वापस लै लेने चाहिए है, अते बिजली सोध बिल 2021 संसद में पेश ही नहीं करना चाहिए। पर मैं दस दियाँ कि ਜਿਹੜੀਆਂ पिछलियां 11 बैठकां ਹੋਈਆਂ ਸੀ किसानों के नाल, किसान आगूआं दे नाल, ਉਹਦੇ ਵਿੱਚ केंद्र सरकार के 3 ही वजीर मन के गए सी कि ਜਿਹੜਾ बिजली सोध बिल 2020 है, ठीक है तुसीं कहने हो लागू ना होवे, ये असीं संसद पेश ही नहीं करांगे। पर तुसीं देखो 11 मीटिंगां दे विच खुद गल मन के, तुहानूं याद होना है कि नरेंद्र तोमर होरां ने बाहर आके बयान दिता सी कि 50-50 हो गया, कि भाव अद्धी गल तां साडी नेपरे चढ़ गई। और जिस दिन 50-50 वाला बयान दिता सी, वो एक गल विच सी कि भाई बिजली समझौतिਆਂ ते साडी सहमति बन गई, पर हुण ये सूचीबद्ध किया होया है। इस बैठक के दौरान दिल्ली सरकार के वलों, भाव केजरीवाल सरकार के वलों, केंद्र सरकार के दबाव की परवाह ना करदियां किसान अंदोलन नूं दिते गए सहयोग, पार्लीमेंट के अंदर भी ते पार्लीमेंट के बाहर भी भगवंत मान वालों किसानों के हक में लगातार जिहड़ी आवाज़ बुलंद की जा रही है, उसकी भरपूर शलाघा भी हुई। इस बैठक के विच 2022 ਦੀਆਂ पंजाब विधान सभा चोणां नूं पंजाब विच माफिया राज तो हमेशा लई मुक्त करवाउण लई केजरीवाल ने पंजाब के समुचे विधायकों नूं अते समुची लीडरशिप नूं इह सलाह दित्ती कि वो अपनी सकारात्मक लकीर लंबी करन, उहदे ते लंबी खिੱਚਣ वास्ते होर ध्यान केंद्रित करन, घर घर पहुँच के लोगों नूं दस्सण कि आम आदमी पार्टी किहड़ियां विकास दीआं मुख नीतियां नाल तुहाडे सामने पेश होवेगी, तुहाडीआं किहड़ियां गंभीर चुनौतियां ने, ते इन्हां चुनौतियां दे नाल टाकरा करके पंजाबियों नूं संकट दे विचों बाहर जे कोई कढ़ सकदा है तो आम आदमी पार्टी कढ़ सकदी है। पंजाब नूं दुआरा खुशहाल बनाउणा चाहुंदे हो तां इह असीं बना के देवांगे, बाकियां नूं तुसीं बीते 75 सालों तो देख लिया। इस दे नाल ही केजरीवाल ने दिल्ली के विकास मॉडल दीआं कई मिसालां दित्तियां, पंजाब की लीडरशिप के अगे रखियां कि जाके दसो। केजरीवाल ने कहा कि बादलों ने, भाजपा ने, कांग्रेसिया ने माफिया राज के नाल पंजाब का बच्चा बच्चा वो तो भली भांत जाणू है कि की कीता है। लोग कहते इन्हां दा बोरिया बिस्तरा गोल करन,
ਤੇ ਸ਼ਾਇਦ ਕਹਿੰਦੇ ਇਹ ਬੋਰੀ ਬਿਸਤਰਾ ਗੋਲ ਕਰਨ ਵਾਸਤੇ ਉਤਾਵਲੇ ਵੀ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਕੀਤੀ ਤੇ ਆਮ ਆਦਮੀ ਪਾਰਟੀ ਦੇ ਉਸਾਰੂ ਪ੍ਰੋਗਰਾਮ ਉਹਨਾਂ ਦੇ ਸਾਹਮਣੇ ਕਹਿੰਦੇ ਪੇਸ਼ ਕਰੋ ਤੇ ਲੋਕਾਂ ਨੂੰ ਜੁੜਨ ਵਾਸਤੇ ਜਾਗਰੂਕ ਕਰੋ। ਇਸ ਬੈਠਕ ਦੇ ਦੌਰਾਨ ਕੇਜਰੀਵਾਲ ਨੇ ਸਾਰੇ ਵਿਧਾਇਕਾਂ ਦੇ ਕੋਲੋਂ ਉਹਨਾਂ ਦੇ ਹਲਕਿਆਂ ਦੇ ਬੂਥ ਪੱਧਰ ਤੱਕ ਦੀ ਜਾਣਕਾਰੀ ਲਈ। ਭਗਵੰਤ ਮਾਨ ਨੇ ਪੰਜਾਬ ਦੇ ਸਿਆਸੀ, ਆਰਥਿਕ ਤੇ ਸਮਾਜਿਕ ਹਾਲਾਤਾਂ ਦੇ ਬਾਬਤ ਵੀ ਇਸ ਬੈਠਕ ਦੇ ਵਿੱਚ ਪਤਾ ਲੱਗਿਆ ਗੱਲਬਾਤ ਕੀਤੀ ਹੈ। ਇਸ ਮੌਕੇ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੀ ਸੀ ਅਤੇ ਰਾਘਵ ਚੱਡਾ ਵੀ ਸੀ, ਹਰਪਾਲ ਚੀਮਾ ਵੀ ਸੀ, ਉਪ ਲੀਡਰ ਸਰਬਜੀਤ ਕੌਰ ਮਾਣੂਕੇ ਵੀ ਸਨ, ਕੁਲਤਾਰ ਸੰਧਮਾ ਵੀ ਸੀ, ਗੁਰਮੀਤ ਮੀਤ ਹੇਅਰ ਵੀ ਸਨ, ਪ੍ਰਿੰਸੀਪਲ ਬੁੱਧਰਾਮ ਵੀ ਸੀ, ਅਮਨ ਅਰੋੜਾ ਵੀ ਸੀ, ਪ੍ਰੋਫੈਸਰ ਬਲਜਿੰਦਰ ਕੌਰ ਵੀ ਸੀ, ਜੈ ਕਿਸ਼ਨ ਰੋੜੀ ਵੀ ਸੀ, ਮਨਜੀਤ ਬਲਾਸਪੁਰ ਵੀ ਸੀ, ਰੁਪਿੰਦਰ ਰੂਪੀ ਸੀ, ਕੁਲਵੰਤ ਪੰਡੋਰੀ ਸੀ, ਮਾਸਟਰ ਬਲਦੇਵ ਜੈਤੋਂ ਸੀ ਤੇ ਨਾਲ ਅਮਰਜੀਤ ਸੰਦੋਆ ਭਾਵੇਂ ਸਾਰੇ ਦੇ ਸਾਰੇ ਵਿਧਾਇਕ ਵੀ ਇਸ ਬੈਠਕ ਵਿੱਚ ਸਨ। ਵੇਖਦੇ ਹਾਂ ਕਿ ਹੁਣ ਪੰਜਾਬ ਦੇ ਵਿੱਚ ਆ ਕੇ ਉਹ ਕਿੰਨੀ ਕੁ ਸਰਗਰਮੀ ਨਾਲ ਵਿਚਰਦੇ ਆ। ਪਰ ਸੱਚ ਜਾਣਿਓ, ਪੰਜਾਬ ਦੇ ਲੋਕ ਵੀ ਜਿਹੜੇ ਚੁਣ ਕੇ ਭੇਜੇ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ, ਉਹਨਾਂ ਚੋਂ ਕਈ ਤਾਂ ਕਾਂਗਰਸ ਦੀ ਫਿਰ ਛਤਰੀ ਤੇ ਜਾ ਬੈਠੇ ਆ, ਪਰ ਜਿਹੜੇ ਰਹਿੰਦੇ ਵੀ ਹੈ ਬਾਕੀਆਂ ਨਾਲੋਂ ਵੱਖਰਾ ਕੰਮ ਕੋਈ ਇਹਨਾਂ ਨੇ ਵੀ ਨਹੀਂ ਕੀਤਾ। ਸ਼ਾਇਦ ਇਹ ਗੱਲ ਭੁੱਲ ਗਏ ਕਿ ਅਸੀਂ 2022 ਚ ਫਿਰ ਚੋਣ ਲੜਨੀ ਹੈ। ਚੰਗਾ ਹੁੰਦਾ ਭਾਵੇਂ ਚੋਣ ਹਰੇ ਸੀ, ਭਾਵੇਂ ਚੋਣ ਜਿੱਤੇ ਸੀ, ਭਾਵੇਂ ਵਿਰੋਧੀ ਧਿਰ 'ਚ ਬੈਠੇ ਸੀ, ਇਹ ਪਿੰਡ ਪਿੰਡ ਚੱਕਰ ਰੱਖਦੇ ਲੋਕਾਂ ਨੂੰ ਪਤਾ ਲੱਗਦਾ ਕਿ ਐਮਐਲਏ ਪਹਿਲਾਂ ਵੀ ਅਸੀਂ ਚੁਣਦੇ ਰਹੇ ਹਾਂ, ਉਹ ਤਾਂ ਕਦੇ ਆਏ ਨਹੀਂ ਸੀ। ਇਹਨਾਂ ਦੇ ਹੱਥ 'ਚ ਭਾਵੇਂ ਤਾਕਤ ਹੈ ਭਾਵੇਂ ਨਹੀਂ, ਪਰ ਸਾਡੇ ਨਾਲ ਰਾਬਤਾ ਤਾਂ ਕਾਇਮ ਕੀਤਾ ਹੋਇਆ। ਪਰ ਵੇਖਦੇ ਹਾਂ ਕਿ ਕੇਜਰੀਵਾਲ ਨਾਲ ਕੀਤੀ ਮੀਟਿੰਗ ਤੋਂ ਬਾਅਦ ਹੁਣ ਇਹ ਕੀ ਕਰਦੇ ਹੈ। ਅਗਲੀ ਖਬਰ ਹੈ, ਆ ਗਰੀਬ ਬੰਦੇ ਆ ਵਿਚਾਰੇ, 93 ਕੁਝ ਪੰਜਾਬ ਦੇ ਵਿਧਾਇਕ ਵੀ ਨੇ ਤੇ 5 ਵਾਰ ਦੇ ਸਾਬਕਾ ਮੁੱਖ ਮੰਤਰੀ ਸਾਹਿਬ ਵੀ ਨੇ। ਵਿਚਾਰਿਆਂ ਕੋਲ ਟੈਕਸ ਦੇਣ ਵਾਸਤੇ ਬੋਝੇ 'ਚ ਪੈਸਾ ਪੂਸੇ ਕੋਈ ਹੈ ਨਹੀਂ, ਤੁਹਾਡੇ ਖਜ਼ਾਨੇ ਨੂੰ ਸੰਨ ਲਾਈ ਜਾ ਰਹੇ ਨੇ। ਜਿਸ ਤਰ੍ਹਾਂ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਦੁਬਾਰਾ ਖੁਸ਼ਹਾਲ ਬਣਾਈਏ, ਤੁਸੀਂ ਵੀ ਸੁਣਿਆ ਹੋਣਾ, ਸਰਬਜੀਤ ਚੀਮਾ ਦਾ ਇੱਕ ਗੀਤ ਵੀ ਸੀ ਤੇ ਕਹਾਵਤ ਵੀ ਹੈ, ਮਿੱਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ, ਹੁੰਦਾ ਸੀ ਪਰ ਹੁਣ ਹੈ ਨਹੀਂ। ਖੰਭ ਕੌਣ ਨੋਚ ਗਿਆ ਇਸ ਸੋਨੇ ਦੀ ਚਿੜੀ ਦੇ, ਜਾਂ ਖੰਭ ਕਿਹਨੇ ਕੁਤਰਤੇ ਇਸ ਸੋਨੇ ਦੀ ਚਿੜੀ ਦੇ? ਪੰਜਾਬ ਦੀ ਬਦਨਸੀਬੀ ਕਹਿ ਸਕਦੇ ਹਾਂ, ਪੰਜਾਬੀਆਂ ਦਾ ਭੋਲਾਪਣ ਕਹਿ ਸਕਦੇ ਹਾਂ, ਜਾਂ ਪੰਜਾਬੀਆਂ ਦੀ ਫਰਾਖ ਦਿਲੀ ਕਹਿ ਸਕਦੇ ਹਾਂ ਕਿ ਸਾਡੇ ਸਾਹਮਣੇ ਤੁਸੀਂ ਉਸ ਚਿੜੀ ਦੇ ਖੰਭ ਨੋਚੀ ਜਾਂਦੇ ਹੋ, ਅਸੀਂ ਫਿਰ ਵੀ ਤੁਹਾਡੇ ਸਾਹਮਣੇ ਇੱਕ ਹੋਰ ਚਿੜੀ ਲਿਆ ਕੇ ਬਿਠਾ ਲੈਂਦੇ ਹੋ ਕਿ ਆਹ ਤਾਂ ਤੁਸੀਂ ਰੁੰਡ ਬਰੌਂਡ ਕਰਤੀ, ਰੋਡੀ ਭੋਡੀ ਕਰਤੀ, ਚੱਲ ਇਹਦੇ ਨੋਚ ਲਓ ਹੁਣ। ਫਿਰ ਉਹ ਥੱਕ ਥੁੱਕ ਜਾਂਦੇ ਨੇ 5 ਸਾਲਾਂ ਬਾਅਦ, ਦੁਬਾਰਾ ਖੰਭ ਵੀ ਆਉ ਜਾਂਦੇ ਨੇ, ਕਹਿੰਦੇ ਨਹੀਂ ਨਹੀਂ ਉਹਨਾਂ ਤੋਂ ਚੰਗੀ ਤਰ੍ਹਾਂ ਨਹੀਂ ਨੋਚੇਗਾ, ਹੁਣ ਹੋਰਾਂ ਨੂੰ ਬਿਠਾ ਦਈਏ ਲਿਆ ਕੇ। ਇਹ ਸਾਰੇ ਦੇ ਸਾਰੇ ਜਿਵੇਂ ਦੁੱਧ ਦੇ ਸਿਰਾਣੇ ਬਿੱਲਾ ਬਿਠਾਇਆ ਹੁੰਦਾ ਨਾ, ਜਾ ਕੇ ਲੱਗਣੇ ਨਹੀਂ ਦਿੰਦੇ, ਖਜ਼ਾਨੇ ਨੂੰ ਪੈਰੀ ਸਰੀ ਆਉਣ ਹੀ ਨਹੀਂ ਦਿੰਦੇ। ਤੁਸੀਂ ਦੇਖੋ ਕਿ ਜਦ ਮਨਪ੍ਰੀਤ ਬਾਦਲ ਜੀ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ, ਉਦੋਂ ਵੀ ਖਜ਼ਾਨਾ ਮੰਤਰੀ, ਉਦੋਂ ਵੀ ਕਹਿੰਦੇ ਹੁੰਦੇ ਸੀ ਬਈ ਖਜ਼ਾਨਾ ਖਾਲੀ ਹੈ। ਆ ਹੁਣ ਐਸ ਸਰਕਾਰ 'ਚ ਨੇ, ਹੁਣ ਵੀ ਕਹੀ ਜਾਂਦੇ ਨੇ ਖਜ਼ਾਨਾ ਖਾਲੀ ਹੈ, ਚੋਣ ਫੇਰ ਵੀ ਲੜਨਗੇ, ਝਾਕ ਫੇਰ ਵੀ ਹੋਊਗੀ। ਕੈਪਟਨ ਅਮਰਿੰਦਰ ਸਿੰਘ ਵੀ ਕਹੀ ਜਾਂਦੇ ਨੇ ਕਿ ਸਾਡੇ ਹੱਥ ਪੱਲੇ ਕੁਛ ਨਹੀਂ, ਸਾਨੂੰ ਉੱਪਰੋਂ ਗ੍ਰਾਂਟ ਨਹੀਂ ਆਉਂਦੀ, ਖਜ਼ਾਨਾ ਖਾਲੀ ਹੈ। ਮੁੱਖ ਮੰਤਰੀ ਦੀ ਕੁਰਸੀ 'ਤੇ ਫੇਰ ਬੈਠਣ ਨੂੰ ਫਿਰਦੇ ਆ। ਭਲਾ ਜੇ ਤੁਹਾਨੂੰ ਕਹੀਏ ਕਿ ਲਾਣੇਦਾਰੀ ਕਰਨੀ ਹੈ, ਪੈਸਾ ਧੇਲਾ ਤੁਹਾਡੇ ਕੋਲ ਨਾ ਹੋਵੇ, ਤੁਸੀਂ ਸ਼ਹਿਰੋਂ ਬਾਜ਼ਾਰੋਂ ਸਮਾਨ ਵੀ ਲੈ ਕੇ ਆਉਣਾ ਹੋਵੇ, ਲੈਣ ਜਾਓਗੇ? ਕਦੇ ਨਹੀਂ ਜਾਂਦੇ। ਲੰਬੜਦਾਰੀ ਲਓਗੇ? ਕਦੇ ਨਹੀਂ ਲੈਂਦੇ। ਪਰ ਫਿਰ ਸਮਝ ਨਹੀਂ ਆਉਂਦੀ ਕਿ ਲੰਬੜਦਾਰੀ ਵੀ ਚਾਹੀਦੀਆਂ ਨੇ, ਖਜ਼ਾਨੇ ਵਾਲੀਆਂ ਚਾਬੀਆਂ ਵੀ ਚਾਹੀਦੀਆਂ ਨੇ। ਪਰ ਚਲੋ ਛੱਡੋ, ਲੋਕ ਸੋਚਦੇ ਆਪਾਂ ਕੀ ਲੈਣਾ ਹੈ, ਸਰਕਾਰੀ ਪੈਸਾ, ਸਰਕਾਰੀ ਚੀਜ਼ਾਂ ਦੀ ਭੰਨ ਤੋੜ ਅਸੀਂ ਕਰਦੇ ਹਾਂ ਕਿਉਂਕਿ ਸਾਡੀ ਨਹੀਂ, ਅਸੀਂ ਸਮਝਦੇ ਹਾਂ ਕਿ ਸਰਕਾਰ ਦੀ ਹੈ। ਸਰਕਾਰੀ ਸਕੂਲ ਨੂੰ ਕਲੀ ਕੁਲੀ ਕੀਤੀ ਹੁੰਦੀ, ਰੰਗ ਕੀਤੇ ਅਸੀਂ ਕੋਲੇ ਨਾਲ ਉਹਦੇ ਤੇ ਲਿਖਣ ਲੱਗੇ ਹੁੰਦੇ ਹਾਂ, ਪਰ ਪਤਾ ਹੀ ਨਹੀਂ ਹੁੰਦਾ ਕਿ ਸਾਡੇ ਪੈਸੇ ਨਾਲ ਇਹ ਕਲੀ ਹੋਈ ਹੈ। ਅਸਲ ਦੇ ਵਿੱਚ ਉਹ ਪੈਸਾ ਸਰਕਾਰ ਦਾ ਨਹੀਂ ਹੁੰਦਾ, ਪੈਸਾ ਤੁਹਾਡਾ ਹੁੰਦਾ। ਪੰਜਾਬ ਸਰਕਾਰ ਭਾਵ ਕਾਂਗਰਸ ਪਾਰਟੀ ਜਿਹੜੀ ਸੱਤਾਧਾਰੀ ਧਿਰ ਹੈ, ਵਿਰੋਧੀ ਧਿਰ ਆਮ ਆਦਮੀ ਪਾਰਟੀ ਵੀ ਹੈ, ਨਾਲ ਅਕਾਲੀ ਵੀ ਨੇ, ਨਾਲ 2 ਕੁ ਵਿਧਾਇਕ ਭਾਜਪਾ ਦੇ ਵੀ ਨੇ। ਹੁਣ ਤੁਸੀਂ ਦੇਖੋ ਕਿ ਸਾਰਿਆਂ ਨੂੰ 117 ਦੇ 117 ਵਿਧਾਇਕਾਂ ਨੂੰ ਜਿਹੜੀ ਤਨਖਾਹ ਮਿਲਦੀ ਹੈ, ਜਦੋਂ ਤੁਸੀਂ ਕਿਸੇ ਮਹਿਕਮੇ 'ਚ ਕੰਮ ਕਰਦੇ ਹੋ, ਤੁਹਾਨੂੰ ਤਾਂ ਇਨਕਮ ਟੈਕਸ ਜੇਬ 'ਚੋਂ ਦੇਣਾ ਪੈਂਦਾ ਨਾ। ਹੁਣ ਆਹ 93 ਵਿਧਾਇਕ ਨੇ ਜਿਹੜੇ ਆਪਣਾ ਇਨਕਮ ਟੈਕਸ ਆਪ ਨਹੀਂ ਅਦਾ ਕਰਦੇ, ਆਪ ਨਹੀਂ ਅਦਾ ਕਰਦੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰ ਰਹੀ ਹੈ। ਜਨਤਾ ਦੇ ਸਿਰ ਤੇ ਹਰ ਸਾਲ ਲੱਖਾਂ ਰੁਪਏ ਦਾ ਆਰਥਿਕ ਬੋਝ ਧੱਕੇ ਨਾਲ ਲੱਦਿਆ ਜਾ ਰਿਹਾ ਹੈ। ਅਸਲ ਦੇ ਵਿੱਚ ਇਹ ਰਿਪੋਰਟ ਸ਼ਾਇਦ ਬਾਹਰ ਹੀ ਨਾ ਆਉਂਦੀ, ਆਰਟੀਆਈ ਪਾ ਦਿੱਤੀ ਗਈ। ਆਰਟੀਆਈ ਦੇ ਵਿੱਚੋਂ ਆ ਪਤਾ ਲੱਗਿਆ, ਇਸ ਰਿਪੋਰਟ ਨੇ ਸਾਰਾ ਕੁਝ ਸਾਫ਼ ਕਰ ਦਿੱਤਾ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਸਿਰਫ 3 ਵਿਧਾਇਕ ਨੇ। ਇੱਕ ਉਹਨਾਂ 'ਚ ਕੁਲਜੀਤ ਸਿੰਘ ਨਾਗਰਾ ਨੇ, 2 ਬੈਂਸ ਭਰਾ
ਬਲਵਿੰਦਰ ਬੈਂਸ, ਸਿਮਰਜੀਤ ਬੈਂਸ, ਇਹ ਬੰਦੇ ਨੇ ਜਿਹੜੇ ਆਪਣਾ ਇਨਕਮ ਟੈਕਸ ਆਪਣੀ ਤਨਖਾਹ ਦੇ ਵਿੱਚੋਂ ਭਾਵ ਆਪਣੀ ਜੇਬ ਚੋਂ ਭਰਦੇ ਐ, ਪਰ ਬਾਕੀ ਨਹੀਂ ਭਰਦੇ। ਸਿੱਧੂ ਸਾਹਿਬ ਦੀਆਂ ਬਾਹਾਂ ਦੇਖਿਆ ਕਰੋ ਕਿਵੇਂ ਚੱਲਦੀਆਂ ਹੁੰਦੀਆਂ ਨੇ, ਇਹ ਕਰ ਦੂੰਗਾ ਮੈਂ, ਬਹੁ ਕਰ ਦੂੰਗਾ। ਸਿੱਧੂ ਸਾਹਿਬ ਵੀ ਇਸ ਮਾਮ 'ਚ ਨੰਗੇ ਐ। ਜਿਹੜੇ ਵਜ਼ੀਰ ਨੇ ਉਹ ਵੀ ਸਾਰੇ ਦੇ ਸਾਰੇ ਟੈਕਸ ਸਰਕਾਰੀ ਖਜ਼ਾਨੇ ਚੋਂ ਤੁਹਾਡੇ ਤੇ ਬੋਝ ਬਣੇ ਬੈਠੇ ਐ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪੈਸਾ, ਇਹ ਧੇਲਾ ਤੁਹਾਡੇ ਖੂਨ ਪਸੀਨੇ ਦੀ ਕਮਾਈ ਕਰਕੇ ਟੈਕਸ ਦੇ ਰੂਪ ਦੇ ਵਿੱਚ ਖਜ਼ਾਨੇ 'ਚ ਜਾਂਦਾ ਹੈ। ਉਹ ਜਾਂਦਾ ਕਿਉਂ ਹੈ? ਕਿ ਤੁਹਾਨੂੰ ਸਹੂਲਤਾਂ ਦਿੱਤੀਆਂ ਜਾਣ। ਉਹ ਪੈਸਾ ਜਿਹੜਾ ਤੁਹਾਡੀਆਂ ਸਹੂਲਤਾਂ ਤੇ ਵਰਤਿਆ ਜਾਣਾ ਸੀ, ਤੁਹਾਡੇ ਕੋਲੋਂ ਇਕੱਠਾ ਕੀਤਾ। ਉਹ ਪੰਜਾਬ ਦੇ ਗਰੀਬ ਮੁੱਖ ਮੰਤਰੀ ਜਿਹੜੇ 5 ਵਾਰ ਰਹੇ ਆ ਵਿਚਾਰੇ, ਪ੍ਰਕਾਸ਼ ਸਿੰਘ ਬਾਦਲ ਜੀ, ਉਹਨਾਂ ਦਾ ਇਨਕਮ ਟੈਕਸ ਭਰਨ ਤੇ ਲਾਇਆ ਜਾਂਦਾ। 93-94 ਵਿਧਾਇਕ ਹੋਰ ਨੇ ਜਿਨ੍ਹਾਂ ਦਾ ਇਨਕਮ ਟੈਕਸ ਭਰਨ ਦੇ ਉੱਤੇ ਵਰਤਿਆ ਜਾ ਰਿਹਾ ਹੈ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਜਦੋਂ ਕਪਤਾਨ ਨੇ ਸੱਤਾ ਸੰਭਾਲੀ ਸੀ ਉਦੋਂ ਕਿਹਾ ਸੀ ਕਿ ਆਪਾਂ ਇਹ ਕੰਮ ਕਰਾਂਗੇ, ਪਰ ਕੋਈ ਬੋਲਿਆ ਹੀ ਨਹੀਂ। ਉਹ ਕਹਿੰਦੇ ਸੀ ਭਾਈ ਇਨਕਮ ਟੈਕਸ ਆਪੋ ਆਪਣੀ ਜੇਬ 'ਚੋਂ ਭਰਾਂਗੇ, ਆਓ ਇੱਕ ਬਲਜਾ ਪਾਸ ਕਰ ਲਈਏ। ਸਾਰੇ ਮੂੰਹ 'ਚ ਘੁੰਗਣੀ ਪਾ ਕੇ ਬਹਿ ਗਏ। ਹੁਣ ਤੁਸੀਂ ਦੇਖੋ ਕਿ ਸੱਤਾ ਸੰਭਾਲੀ ਨੂੰ ਲਗਭਗ 4.5 ਸਾਲ ਹੋ ਗਏ। 4 ਸਾਲ ਪਹਿਲਾਂ ਵਿਧਾਨ ਸਭਾ ਪਹੁੰਚੇ 117 ਵਿਧਾਇਕਾਂ ਦੇ ਸਾਹਮਣੇ ਕਪਤਾਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਹ ਇੱਕ ਪ੍ਰਸਤਾਵ ਰੱਖਿਆ ਸੀ ਕਿ ਆਪੋ ਆਪਣਾ ਬਣਦਾ ਟੈਕਸ ਆਪੋ ਆਪਣੀ ਜੇਬ 'ਚੋਂ ਅਦਾ ਕਰਿਆ ਕਰੀਏ। ਵਿਧਾਇਕਾਂ ਦੀ ਕੋਈ ਸਿਹਤ ਤੇ ਅਸਰ ਹੀ ਨਹੀਂ ਹੋਇਆ। 4.5 ਸਾਲ ਬੀਤ ਚੁੱਕੇ ਨੇ। ਇਹਨਾਂ ਵਿਧਾਇਕਾਂ ਦਾ ਟੈਕਸ ਤੁਸੀਂ ਭਰ ਰਹੇ ਹੋ। ਫਿਰ ਚੁਣ ਲਿਓ ਇਹਨਾਂ 'ਚੋਂ ਭਾਈ ਕਿਸੇ ਨੂੰ। ਜਿਹੜਾ ਪੈਸਾ ਤੁਹਾਡਾ ਸੀ, ਤੁਹਾਡੇ ਭਵਿੱਖ ਦੇ ਉੱਤੇ ਲੱਗਣਾ ਚਾਹੀਦਾ ਸੀ, ਤਾਂ ਇਹਨਾਂ ਦੀਆਂ ਗਰੀਬਾਂ ਦੀਆਂ ਵਿਚਾਰਿਆਂ ਦੀਆਂ ਇਨਕਮ ਟੈਕਸ ਭਰਨ ਤੇ ਲੱਗ ਰਿਹਾ ਹੈ। ਸੋ ਦੋਸਤੋ, ਇਹ ਸੀ ਕੁੱਲ ਮਿਲਾ ਕੇ ਅੱਜ ਦਾ ਆਪਣਾ ਪ੍ਰੋਗਰਾਮ। ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਜੇਕਰ ਸੱਚਮੁੱਚ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਵੀ ਕਰ ਦੇਣਾ ਤੇ ਸ਼ੇਅਰ ਵੀ ਕਰ ਦੇਣਾ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।